ਸਤਿ ਸ਼੍ਰੀ ਅਕਾਲ। ਤੁਸੀਂ ਵੇਖ ਰਹੇ ਹੋ ਟੀਵੀ ਪੰਜਾਬ ਤੇ ਮੈਂ ਹਾਂ ਤੁਹਾਡੇ ਨਾਲ ਇੰਦਰਪ੍ਰੀਤ ਕੌਰ ਪੰਨੂ। ਵੀਕਲੀ ਬੁਲੇਟਿਨ ਦੇ ਵਿੱਚ ਤੁਹਾਡਾ ਸਵਾਗਤ ਹੈ, ਜਿੱਥੇ ਗੱਲਬਾਤ ਉਹਨਾਂ ਖਬਰਾਂ ਦੀ ਕਰਾਂਗੇ ਜਿਹੜੀਆਂ ਇਸ ਹਫਤੇ ਚਰਚਾ ਦਾ ਵਿਸ਼ਾ ਬਣੀਆਂ ਰਹੀਆਂ। ਜੀ ਹਾਂ, ਇਸ ਹਫਤੇ ਦੀਆਂ ਖਾਸ ਖਬਰਾਂ ਦਾ ਜ਼ਿਕਰ ਇਸ ਵੀਕਲੀ ਬੁਲੇਟਿਨ ਦੇ ਵਿੱਚ ਕਰਾਂਗੇ। ਸਭ ਤੋਂ ਪਹਿਲਾਂ ਨਜ਼ਰ ਮਾਰਦੇ ਹਾਂ ਅੱਜ ਦੀਆਂ ਚੋਣਵੀਆਂ ਖਬਰਾਂ ਦੇ ਉੱਪਰ। ਕੈਨੇਡਾ 'ਚ ਨਹੀਂ ਰੁਕ ਰਹੀ ਗੈਂਗ ਵਾਰ, ਲਗਾਤਾਰ ਹੋਏ 3 ਕਤਲ। ਟਰੂਡੋ ਦਾ ਚਾਈਲਡ ਬੈਨੀਫਿਟ ਦੇ ਬਾਰੇ ਵਿੱਚ ਐਲਾਨ, ਮਿਲੇਗਾ ਕਈ ਪਰਿਵਾਰਾਂ ਨੂੰ ਫਾਇਦਾ। ਸ਼ਰਾਬ ਚੋਰੀ ਕਰਦਾ ਪੰਜਾਬੀ ਕਾਬੂ, ਇੱਕ ਹੋਰ ਵਿਅਕਤੀ ਵੀ ਹੋਇਆ ਗ੍ਰਿਫਤਾਰ। ਸੇਨ ਹੋਜ਼ੇ ਦੀ ਗੋਲੀਬਾਰੀ ਦੇ ਵਿੱਚ ਪੰਜਾਬੀ ਦੀ ਮੌਤ, ਦੂਸਰਿਆਂ ਦੀ ਜ਼ਿੰਦਗੀ ਬਚਾਉਣ ਦੀ ਕਰ ਰਿਹਾ ਸੀ ਕੋਸ਼ਿਸ਼। ਬ੍ਰਿਟਿਸ਼ ਕੋਲੰਬੀਆ ਦੇ ਵਿੱਚ 215 ਬੱਚਿਆਂ ਦੇ ਰਿਮੇਨਸ ਮਿਲੇ, ਜਿਸ ਤੋਂ ਬਾਅਦ ਪ੍ਰੀਮੀਅਰ ਜੌਨ ਹੌਰਗਨ ਵੱਲੋਂ ਵੀ ਇਸ ਦੇ ਉੱਪਰ ਆਪਣੇ ਵਿਚਾਰਾਂ ਦੀ ਸਾਂਝ ਪਾਈ ਗਈ। ਉਹਨਾਂ ਵੱਲੋਂ ਇਸ ਨੂੰ ਭਿਆਨਕ ਅਤੇ ਦਰਦਨਾਕ ਦੱਸਿਆ ਗਿਆ। ਵੈਨਕੂਵਰ ਆਰਟ ਗੈਲਰੀ ਦੇ ਬਾਹਰ ਇਸ ਦੇ ਖਿਲਾਫ ਪ੍ਰੋਟੈਸਟ ਕੀਤਾ ਗਿਆ, ਜਿੱਥੇ 215 ਬੱਚਿਆਂ ਦੀ ਯਾਦ ਦੇ ਵਿੱਚ ਵੈਨਕੂਵਰ ਆਰਟ ਗੈਲਰੀ ਦੇ ਬਾਹਰ ਖਾਲੀ ਜੁੱਤੀਆਂ ਰੱਖ ਕੇ ਪ੍ਰਦਰਸ਼ਨ ਕੀਤਾ ਗਿਆ, ਜਾਣੀ ਕਿ ਇਹਨਾਂ ਬੱਚਿਆਂ ਦੀ ਯਾਦ ਦੇ ਵਿੱਚ ਖਾਲੀ ਜੁੱਤੀਆਂ ਰੱਖੀਆਂ ਗਈਆਂ। ਬ੍ਰਿਟਿਸ਼ ਕੋਲੰਬੀਆ ਦੇ ਕੈਮਲੂਪਸ ਦੇ ਇੱਕ ਸਾਬਕਾ ਰੈਜ਼ੀਡੈਂਸ਼ੀਅਲ ਸਕੂਲ ਦੇ ਵਿੱਚ 215 ਬੱਚਿਆਂ ਦੇ ਰਿਮੇਨਸ ਮਿਲੇ। ਇਸ ਦੇ ਕਾਰਨ ਵੈਨਕੂਵਰ ਆਰਟ ਗੈਲਰੀ ਦੇ ਬਾਹਰ ਪ੍ਰਦਰਸ਼ਨ ਕੀਤਾ ਗਿਆ। ਇੱਥੇ ਆਰਟ ਗੈਲਰੀ ਦੇ ਬਾਹਰ ਇਹਨਾਂ ਬੱਚਿਆਂ ਦੀ ਯਾਦ ਦੇ ਵਿੱਚ 215 ਬੱਚਿਆਂ ਦੇ ਖਾਲੀ ਜੋੜੇ ਰੱਖੇ ਗਏ। ਜ਼ਿਕਰਯੋਗ ਹੈ ਕਿ ਕੈਮਲੂਪਸ ਦੇ ਇੱਕ ਸਾਬਕਾ ਰੈਜ਼ੀਡੈਂਸ਼ੀਅਲ ਸਕੂਲ ਦੇ ਵਿੱਚ 215 ਬੱਚਿਆਂ ਦੇ ਅਵਸ਼ੇਸ਼ ਅੰਗ ਬਰਾਮਦ ਹੋਏ ਸਨ। ਚੀਫ ਵੱਲੋਂ ਜਾਣਕਾਰੀ ਸਾਂਝੀ ਕੀਤੀ ਗਈ ਕਿ ਮਾਹਰਾਂ ਵੱਲੋਂ ਪਿਛਲੇ ਵੀਕਐਂਡ ਇਸ ਦੀ ਪੁਸ਼ਟੀ ਕੀਤੀ ਗਈ ਸੀ। ਜਿਹੜੇ ਬੱਚਿਆਂ ਦੇ ਰਿਮੇਨਸ ਮਿਲੇ ਹਨ, ਉਹਨਾਂ ਵਿੱਚੋਂ ਕਈਆਂ ਦੀ ਉਮਰ 3 ਸਾਲ ਦੇ ਕਰੀਬ ਦੱਸੀ ਗਈ। ਪ੍ਰੀਮੀਅਰ ਜੌਨ ਹੌਰਗਨ ਵੱਲੋਂ ਵੀ ਇਸ ਦੇ ਉੱਪਰ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ, ਜਿੱਥੇ ਉਹਨਾਂ ਨੇ ਇਸ ਨੂੰ ਦਿਲ ਦਹਿਲਾਉਣ ਵਾਲੀ ਦਰਦਨਾਕ ਘਟਨਾ ਦੱਸਿਆ। ਚੀਫ ਵੱਲੋਂ ਵੀ ਇਸ ਨੂੰ ਦੁੱਖ ਭਰੀ ਖਬਰ ਦੱਸਿਆ, ਜਿੱਥੇ ਉਹਨਾਂ ਨੇ ਜਾਣਕਾਰੀ ਦਿੱਤੀ ਕਿ ਬੱਚਿਆਂ ਦੀ ਮੌਤ ਦੇ ਕਿਸੇ ਤਰ੍ਹਾਂ ਦੇ ਵੀ ਦਸਤਾਵੇਜ਼ ਜਾਣੀ ਕਿ ਡਾਕੂਮੈਂਟਸ ਸ਼ਾਮਿਲ ਨਹੀਂ, ਜਾਣੀ ਕਿ ਉਹਨਾਂ ਵੱਲੋਂ ਇਹਨਾਂ ਮੌਤਾਂ ਨੂੰ ਅਨਡਾਕੂਮੈਂਟਡ ਦੱਸਿਆ ਗਿਆ। ਲੋਕਲ ਮਿਊਜ਼ੀਅਮ ਆਰਕੀਵਿਸਟ ਵੱਲੋਂ ਰਾਇਲ ਬ੍ਰਿਟਿਸ਼ ਕੋਲੰਬੀਆ ਮਿਊਜ਼ੀਅਮ ਦੇ ਨਾਲ ਮਿਲ ਕੇ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਜਿਹੜੀਆਂ ਮੌਤਾਂ ਹੋਈਆਂ ਉਹਨਾਂ ਦਾ ਕੋਈ ਰਿਕਾਰਡ ਮਿਲ ਸਕੇ। ਬ੍ਰਿਟਿਸ਼ ਕੋਲੰਬੀਆ ਤੋਂ 2 ਦਿਨਾਂ ਅੰਦਰ 2 ਕਤਲ ਦੇ ਮਾਮਲੇ ਸਾਹਮਣੇ ਆਏ। ਬ੍ਰਿਟਿਸ਼ ਕੋਲੰਬੀਆ ਦੀ ਯੇਲ ਅਤੇ ਚਿਲਾਵੈਕ ਤੋਂ ਇਹ ਕਤਲ ਦੇ ਮਾਮਲੇ ਸਾਹਮਣੇ ਆਏ। ਦੋਹਾਂ ਮਾਮਲਿਆਂ ਦੇ ਵਿਕਟਮਸ ਦੀ ਪਹਿਚਾਣ ਆਈਹਿਟ ਵੱਲੋਂ ਜਨਤਕ ਕੀਤੀ ਗਈ ਹੈ। ਬ੍ਰਿਟਿਸ਼ ਕੋਲੰਬੀਆ ਦੇ ਵਿੱਚ 2 ਦਿਨਾਂ ਦੇ ਅੰਦਰ 2 ਕਤਲ ਦੇ ਮਾਮਲੇ ਸਾਹਮਣੇ ਆਏ। ਪਹਿਲਾ ਮਾਮਲਾ ਮਈ 26 ਨੂੰ ਯੇਲ ਤੋਂ ਸਾਹਮਣੇ ਆਇਆ ਤੇ ਦੂਸਰਾ ਮਈ 27 ਨੂੰ ਚਿਲਾਵੈਕ ਤੋਂ ਸਾਹਮਣੇ ਆਇਆ। ਇਸ ਦੌਰਾਨ ਜਿਹੜੇ 2 ਜਾਣਿਆਂ ਦੀ ਜਾਨ ਚਲੀ ਗਈ, ਉਹਨਾਂ ਵਿਕਟਮਸ ਦੇ ਨਾਮ ਪੁਲਿਸ ਵੱਲੋਂ ਜਨਤਕ ਕੀਤੇ ਗਏ ਨੇ। ਮਈ 27 ਨੂੰ ਚਿਲਾਵੈਕ ਦੇ ਵਿੱਚ ਗੋਲੀ ਚੱਲੀ, ਜਿਸ ਦੇ ਵਿੱਚ ਵਿਕਟਮ ਦੀ ਜਾਨ ਚਲੀ ਗਈ। ਚਿਲਾਵੈਕ ਹੋਮਿਸਾਈਡ ਵਿਕਟਮ ਦੀ ਪਹਿਚਾਣ ਐਡਮ ਬॉल ਦੇ ਤੌਰ ਦੇ ਉੱਪਰ ਕੀਤੀ ਗਈ ਹੈ, ਜਿਸ ਦੀ ਉਮਰ 37 ਸਾਲ ਦੇ ਕਰੀਬ ਦੱਸੀ ਗਈ। ਪੁਲਿਸ ਵੱਲੋਂ ਸਪਸ਼ਟ ਕੀਤਾ ਗਿਆ ਕਿ ਇਸ ਦਾ ਸੰਬੰਧ ਗੈਂਗ ਕੌਨਫਲਿਕਟ ਦੇ ਨਾਲ ਨਹੀਂ ਹੈ, ਕਿਉਂਕਿ ਹੁਣ ਤੱਕ ਜਿੰਨੀ ਇਸ ਮਾਮਲੇ ਸੰਬੰਧੀ ਉਹਨਾਂ ਵੱਲੋਂ ਪੜਤਾਲ ਕੀਤੀ ਗਈ, ਉਸ ਦਾ ਕੋਈ ਵੀ ਕਨੈਕਸ਼ਨ ਗੈਂਗ ਕੌਨਫਲਿਕਟ ਦੇ ਨਾਲ ਨਹੀਂ ਜੁੜਿਆ। ਐਡਮ ਨੂੰ ਗੋਲੀ ਲੱਗਣ ਤੋਂ ਬਾਅਦ ਜ਼ਖਮੀ ਹਾਲਤ ਦੇ ਵਿੱਚ ਹਸਪਤਾਲ ਲੈ ਕੇ ਜਾਇਆ ਗਿਆ ਸੀ, ਪਰ ਉੱਥੇ ਉਸ ਦੀ ਜਾਨ ਨਹੀਂ ਬਚਾਈ ਜਾ ਸਕੀ। ਆਈਹਿਟ ਨੇ ਜਾਣਕਾਰੀ ਸਾਂਝੀ ਕੀਤੀ ਹੈ ਕਿ ਐਡਮ ਦਾ ਕੋਈ ਵੀ ਪਿਛਲਾ ਕ੍ਰਿਮੀਨਲ ਰਿਕਾਰਡ ਨਹੀਂ ਹੈ, ਪਰ ਨਨਾਈਮੋ ਦੇ ਵਿੱਚ 16 ਸਾਲ ਪਹਿਲਾਂ ਇੱਕ ਮਾਮਲੇ ਦੇ ਵਿੱਚ ਉਸ ਨੂੰ ਦੋਸ਼ੀ ਪਾਇਆ ਗਿਆ ਸੀ। ਫਿਲਹਾਲ ਆਈਹਿਟ ਵੱਲੋਂ ਚਿਲਾਵੈਕ RCMP ਅਤੇ ਬ੍ਰਿਟਿਸ਼ ਕੋਲੰਬੀਆ ਕਾਰਨਰਸ ਸਰਵਿਸਿਜ਼ ਦੇ ਨਾਲ ਮਿਲ ਕੇ ਇਸ ਮਾਮਲੇ ਦੀ ਪੜਤਾਲ ਕੀਤੀ ਜਾ ਰਹੀ ਹੈ। ਨਾਲ ਹੀ ਉਹਨਾਂ ਨੇ ਕਿਹਾ ਹੈ ਕਿ ਜੇਕਰ ਇਸ ਸੰਬੰਧੀ ਕਿਸੇ ਨੂੰ ਵੀ ਜਾਣਕਾਰੀ ਹੋਵੇ ਤਾਂ 1877 551 4448 ਦੇ ਉੱਪਰ ਸੰਪਰਕ ਕੀਤਾ ਜਾਵੇ। ਇਸ ਦੇ ਨਾਲ ਹੀ ਕ੍ਰਾਈਮ ਸਟਾਪਰਸ ਦੇ ਨਾਲ 1800 222 8477 ਦੇ ਉੱਪਰ ਵੀ ਸੰਪਰਕ ਕੀਤਾ ਜਾ ਸਕਦਾ ਹੈ। ਇੱਕ ਮਾਮਲਾ ਮਈ 26 ਨੂੰ ਬ੍ਰਿਟਿਸ਼ ਕੋਲੰਬੀਆ ਯੇਲ ਤੋਂ ਸਾਹਮਣੇ ਆਇਆ, ਜਿੱਥੇ ਪੁਲਿਸ ਨੂੰ ਇੱਕ 19 ਸਾਲਾ ਵਿਕਟਮ ਦੀ ਲਾਸ਼ ਮਿਲੀ ਸੀ। ਇਸ ਦੀ ਪਹਿਚਾਣ ਜਨਤਕ ਕਰਦਿਆਂ ਉਹਨਾਂ ਨੇ ਦੱਸਿਆ, ਜਿਸ 19 ਸਾਲਾ ਲੜਕੀ ਦੀ ਲਾਸ਼ ਮਿਲੀ ਸੀ, ਉਸ ਵਿਕਟਮ ਦਾ ਨਾਮ ਮਲੀਸਾ ਹੈ। ਫਿਲਹਾਲ ਇਸ ਸੰਬੰਧੀ ਆਈਹਿਟ ਵੱਲੋਂ ਜਾਣਕਾਰੀ ਹਾਸਲ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਜਾਣੀ ਕਿ ਉਹਨਾਂ ਵੱਲੋਂ ਇਸ ਮਾਮਲੇ ਦੀ ਪੜਤਾਲ ਕੀਤੀ ਜਾ ਰਹੀ ਹੈ। ਉਹਨਾਂ ਵੱਲੋਂ ਅਪੀਲ ਕੀਤੀ ਗਈ ਹੈ ਕਿ ਜੇਕਰ ਕਿਸੇ ਦੇ ਕੋਲ ਵੀ ਕੋਈ ਡੈਸ਼ ਕੈਮ ਦੀ ਵੀਡੀਓ ਹੋਵੇ ਜਾਂ ਇਸ ਸੰਬੰਧੀ ਕਿਸੇ ਨੂੰ ਕੋਈ ਜਾਣਕਾਰੀ ਹੋਵੇ ਤਾਂ ਇਸ ਦੀ ਜਾਣਕਾਰੀ ਪੁਲਿਸ ਦੇ ਨਾਲ ਜ਼ਰੂਰ ਸਾਂਝੀ ਕੀਤੀ ਜਾਵੇ। ਵੈਨਕੂਵਰ ਪੁਲਿਸ ਵੱਲੋਂ ਜਾਣਕਾਰੀ ਸਾਂਝੀ ਕੀਤੀ ਗਈ, ਜਿੱਥੇ ਉਹਨਾਂ ਨੇ ਦੱਸਿਆ ਕਿ 17 ਜਾਣਿਆਂ ਨੂੰ ਜੁਰਮਾਨਾ ਲਗਾਇਆ ਗਿਆ। ਇਹਨਾਂ ਵੱਲੋਂ ਕੋਰੋਨਾ ਵਾਇਰਸ ਦੇ ਨਿਯਮਾਂ ਦਾ ਉਲੰਘਣ ਕਰਕੇ ਘਰ ਦੇ ਵਿੱਚ ਪਾਰਟੀ ਕੀਤੀ ਜਾ ਰਹੀ ਸੀ, ਜਿਸ ਦੇ ਚੱਲਦਿਆਂ ਵੈਨਕੂਵਰ ਪੁਲਿਸ ਨੇ ਇਹਨਾਂ ਦੇ ਉੱਪਰ ਕਾਰਵਾਈ ਕੀਤੀ ਅਤੇ 17 ਜਾਣਿਆਂ ਨੂੰ ਜੁਰਮਾਨਾ ਲਗਾਇਆ।
ਵੈਨਕੂਵਰ ਪੁਲਿਸ ਵੱਲੋਂ ਜਾਣਕਾਰੀ ਦਿੱਤੀ ਗਈ ਜਿੱਥੇ ਉਹਨਾਂ ਨੂੰ ਲਾਊਡ ਪਾਰਟੀ ਦੀ ਜਾਣਕਾਰੀ ਮਿਲੀ। ਇਸ ਦੇ ਚੱਲਦਿਆਂ 17 ਜਾਣਿਆਂ ਨੂੰ ਭਾਰੀ ਜੁਰਮਾਨਾ ਲਗਾਇਆ ਗਿਆ। ਵੈਨਕੂਵਰ ਪੁਲਿਸ ਵੱਲੋਂ 17 ਜਾਣਿਆਂ ਨੂੰ $11,500 ਤੱਕ ਦਾ ਜੁਰਮਾਨਾ ਲਗਾਇਆ ਗਿਆ ਹੈ। ਇਨ੍ਹਾਂ ਵੱਲੋਂ ਮਈ 23 ਐਤਵਾਰ ਦੀ ਸਵੇਰ ਨੂੰ ਸਿਟੀ ਦੇ ਡਾਊਨਟਾਊਨ ਦੇ ਵਿੱਚ ਲਾਊਡ ਪਾਰਟੀ ਕੀਤੀ ਜਾ ਰਹੀ ਸੀ। ਪੁਲਿਸ ਨੂੰ 1200 ਵੈਸਟ ਜਾਰਜੀਆ ਸਟਰੀਟ ਤੋਂ ਲਗਾਤਾਰ ਕਈ ਕਾਲ ਆ ਰਹੀਆਂ ਸਨ ਜਿੱਥੇ ਇਸ ਪਾਰਟੀ ਦੇ ਬਾਰੇ ਵਿੱਚ ਉਹਨਾਂ ਨੂੰ ਜਾਣਕਾਰੀ ਦਿੱਤੀ ਜਾ ਰਹੀ ਸੀ। ਇਸ ਦੇ ਸੰਬੰਧ ਦੇ ਵਿੱਚ ਪੁਲਿਸ ਵੱਲੋਂ ਪਾਰਟੀ ਹੋਸਟ ਕਰਨ ਦੇ ਉੱਪਰ $2,300 ਦਾ ਜੁਰਮਾਨਾ ਲਗਾਇਆ ਗਿਆ ਤੇ 16 ਜਾਣਿਆਂ ਨੂੰ $575 ਦੇ ਜੁਰਮਾਨੇ ਜਾਰੀ ਕੀਤੇ ਗਏ। ਜ਼ਿਕਰਯੋਗ ਹੈ ਕਿ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਕੋਰੋਨਾ ਵਾਇਰਸ ਦੇ ਚੱਲਦਿਆਂ ਸਖਤੀਆਂ ਕੀਤੀਆਂ ਗਈਆਂ ਸਨ ਜਿੱਥੇ ਵੱਡੇ ਇਕੱਠ ਦੇ ਉੱਪਰ ਮਨਾਹੀ ਸੀ। ਇਨ੍ਹਾਂ ਕੋਰੋਨਾ ਵਾਇਰਸ ਦੇ ਨਿਯਮਾਂ ਦਾ ਉਲੰਘਣ ਕਰਨ ਦੇ ਚੱਲਦਿਆਂ ਹੀ ਵੈਨਕੂਵਰ ਪੁਲਿਸ ਵੱਲੋਂ 17 ਜਾਣਿਆਂ ਨੂੰ ਭਾਰੀ ਜੁਰਮਾਨੇ ਲਗਾਏ ਗਏ ਜਿੱਥੇ ਉਨ੍ਹਾਂ ਨੂੰ ਕੋਰੋਨਾ ਨਿਯਮ ਦਾ ਉਲੰਘਣ ਕਰਕੇ ਪਾਰਟੀ ਕਰਨ ਦੇ ਚੱਲਦਿਆਂ $11,500 ਤੱਕ ਦੇ ਫਾਈਨ ਲਗਾਏ ਗਏ ਹਨ। ਕੈਨੇਡਾ ਦੇ ਵੱਖ-ਵੱਖ ਸੂਬਿਆਂ ਦੇ ਵਿੱਚ ਕੋਰੋਨਾ ਵਾਇਰਸ ਦੇ ਕਾਰਨ ਸਖਤੀਆਂ ਕੀਤੀਆਂ ਗਈਆਂ। ਇਸ ਹਫ਼ਤੇ ਨੋਵਾ ਸਕੋਸ਼ੀਆ ਤੋਂ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਜਿੱਥੇ ਕੋਰੋਨਾ ਵਾਇਰਸ ਦੇ ਨਿਯਮਾਂ ਦਾ ਉਲੰਘਣ ਕੀਤਾ ਗਿਆ। ਇੱਕ ਘਰ ਦੇ ਵਿੱਚ ਪਾਰਟੀ ਕੀਤੀ ਜਾ ਰਹੀ ਸੀ। ਪੁਲਿਸ ਜਦੋਂ ਇੱਥੇ ਪਹੁੰਚੀ ਤੇ ਘਰ ਦੇ ਵਿੱਚ ਉਹਨਾਂ ਨੂੰ ਦਾਖਲ ਨਹੀਂ ਹੋਣ ਦਿੱਤਾ ਜਾ ਰਿਹਾ ਸੀ। ਪੁਲਿਸ ਨੂੰ ਜਾਣਕਾਰੀ ਪ੍ਰਾਪਤ ਹੋਈ ਸੀ ਕਿ ਘਰ ਦੇ ਵਿੱਚ ਉੱਚੀ ਆਵਾਜ਼ ਮਿਊਜ਼ਿਕ ਲਗਾ ਕੇ ਪਾਰਟੀ ਕੀਤੀ ਜਾ ਰਹੀ ਹੈ। ਜਦੋਂ ਪੁਲਿਸ ਨੂੰ ਇਸ ਘਟਨਾ ਦੇ ਬਾਰੇ ਵਿੱਚ ਜਾਣਕਾਰੀ ਮਿਲੀ ਤਾਂ ਉੱਥੇ ਪਹੁੰਚੇ। ਘਰ ਦੇ ਵਿੱਚ ਦਾਖਲ ਨਹੀਂ ਹੋਣ ਦਿੱਤਾ ਗਿਆ। ਬਾਅਦ ਦੇ ਵਿੱਚ ਪੁਲਿਸ ਨੇ ਉਡੀਕ ਕੀਤੀ। ਇਸ ਮਾਮਲੇ ਦੇ ਸੰਬੰਧੀ 20,000 ਤੋਂ ਵੱਧ ਤੱਕ ਦੇ ਜੁਰਮਾਨੇ ਲਗਾਏ ਗਏ। ਨੋਵਾ ਸਕੋਸ਼ੀਆ ਦੇ ਇੱਕ ਘਰ ਦੇ ਵਿੱਚ ਵੱਡੀ ਪਾਰਟੀ ਕੀਤੀ ਗਈ ਜਿਸ ਤੋਂ ਬਾਅਦ RCMP ਵੱਲੋਂ 20,000 ਤੋਂ ਵੱਧ ਦਾ ਜੁਰਮਾਨਾ ਲਗਾਇਆ ਗਿਆ। ਇਹ ਹਾਊਸ ਪਾਰਟੀ ਕੋਲ ਹਾਰਬਰ ਨੋਵਾ ਸਕੋਸ਼ੀਆ ਦੇ ਵਿੱਚ ਕੀਤੀ ਗਈ ਜਿਸ ਤੋਂ ਬਾਅਦ ਨਿਯਮ ਦਾ ਉਲੰਘਣ ਕਰਨ ਦੇ ਚੱਲਦਿਆਂ $21,978 ਦਾ ਜੁਰਮਾਨਾ ਲਗਾਇਆ ਗਿਆ। ਪੁਲਿਸ ਵੱਲੋਂ ਜੋ ਜਾਣਕਾਰੀ ਸਾਂਝੀ ਕੀਤੀ ਗਈ ਉਸ ਦੇ ਮੁਤਾਬਕ ਘਰ ਦੇ ਵਿੱਚ 30 ਜਾਣੇ ਸ਼ਾਮਲ ਸਨ। ਘਰ ਦੇ ਬਾਹਰ ਤੋਂ ਹੀ ਸਟ੍ਰੋਬ ਲਾਈਟਸ ਨਜ਼ਰ ਆ ਰਹੀਆਂ ਸਨ ਅਤੇ ਮਿਊਜ਼ਿਕ ਵੀ ਉੱਚੀ ਆਵਾਜ਼ ਦੇ ਵਿੱਚ ਸੁਣਾਈ ਦੇ ਰਿਹਾ ਸੀ। ਐਤਵਾਰ 9:35 ਤੇ ਪੁਲਿਸ ਨੂੰ ਇਸ ਪਾਰਟੀ ਦੇ ਬਾਰੇ ਵਿੱਚ ਜਾਣਕਾਰੀ ਮਿਲੀ। ਜਦੋਂ ਪੁਲਿਸ ਇਸ ਘਟਨਾ ਵਾਲੀ ਥਾਂ ਦੇ ਉੱਪਰ ਪਹੁੰਚੀ ਤਾਂ ਘਰ ਦੀਆਂ ਬੱਤੀਆਂ ਨੂੰ ਬੁਝਾ ਦਿੱਤਾ ਗਿਆ ਤੇ ਹਰ ਪਾਸੇ ਸਨਾਟਾ ਨਜ਼ਰ ਆਉਣ ਲੱਗਾ। ਇਸ ਦੌਰਾਨ ਘਰ ਦੇ ਵਿੱਚ ਪੁਲਿਸ ਨੂੰ ਦਾਖਲ ਵੀ ਨਹੀਂ ਹੋਣ ਦਿੱਤਾ ਜਾ ਰਿਹਾ ਸੀ। ਫਿਰ ਪੁਲਿਸ ਵੱਲੋਂ ਰੁਕ ਕੇ ਇੰਤਜ਼ਾਰ ਕੀਤਾ ਗਿਆ ਤਾਂ ਕਿ ਲੋਕ ਹੌਲੀ-ਹੌਲੀ ਇਸ ਘਰ ਦੇ ਵਿੱਚੋਂ ਬਾਹਰ ਨਿਕਲਣ ਲੱਗਣ। ਆਫੀਸਰਸ ਦੇ ਵੱਲੋਂ 9 ਜਾਣਿਆਂ ਨੂੰ ਟਿਕਟਾਂ ਜਾਰੀ ਕੀਤੀਆਂ ਗਈਆਂ। ਹੈਲਥ ਪ੍ਰੋਟੈਕਸ਼ਨ ਐਕਟ ਦਾ ਉਲੰਘਣ ਕਰਨ ਦੇ ਚੱਲਦਿਆਂ ਹਰ ਇੱਕ ਨੂੰ $2,422 ਦਾ ਜੁਰਮਾਨਾ ਲਗਾਇਆ ਗਿਆ। RCMP ਵੱਲੋਂ ਇੱਕ ਵਾਰ ਫਿਰ ਤੋਂ ਅਪੀਲ ਕੀਤੀ ਗਈ ਕਿ ਕੋਰੋਨਾ ਵਾਇਰਸ ਦੇ ਚੱਲਦਿਆਂ ਜਿਹੜੇ ਪਬਲਿਕ ਹੈਲਥ ਆਰਡਰ ਲਾਗੂ ਕੀਤੇ ਗਏ ਨੇ ਉਹਨਾਂ ਦੀ ਪਾਲਣਾ ਕੀਤੀ ਜਾਵੇ। ਜ਼ਿਕਰਯੋਗ ਹੈ ਕਿ ਕੈਨੇਡਾ ਦੇ ਵਿੱਚ ਕੋਰੋਨਾ ਵਾਇਰਸ ਦੇ ਚੱਲਦਿਆਂ ਇਕੱਠ ਦੇ ਉੱਪਰ ਰੋਕ ਲਗਾਈ ਗਈ ਹੈ। ਵੱਖ-ਵੱਖ ਪ੍ਰੋਵਿੰਸਸ ਦੇ ਵੱਲੋਂ ਇਸ ਸੰਬੰਧੀ ਸਖਤੀਆਂ ਕੀਤੀਆਂ ਗਈਆਂ ਨੇ ਪਰ ਫਿਰ ਵੀ ਕੁਝ ਲੋਕ ਇਸ ਦਾ ਉਲੰਘਣ ਕਰਦੇ ਹੋਏ ਨਜ਼ਰ ਆਉਂਦੇ ਨੇ ਤੇ ਜਦੋਂ ਉਹਨਾਂ ਵੱਲੋਂ ਉਲੰਘਣ ਕੀਤਾ ਜਾਂਦਾ ਹੈ ਭਾਰੀ ਜੁਰਮਾਨੇ ਉਹਨਾਂ ਨੂੰ ਲਗਾਏ ਜਾ ਰਹੇ ਹਨ। ਕੈਨੇਡਾ ਦੇ ਵਿੱਚ ਗੈਂਗ ਵਾਰ ਦੀਆਂ ਘਟਨਾਵਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ। ਇਸ ਹਫ਼ਤੇ ਕੈਲਗਰੀ ਦੇ ਵਿੱਚ ਗੁਰਕੀਰਤ ਕਲਕਟ ਦਾ ਕਤਲ ਕਰ ਦਿੱਤਾ ਗਿਆ। ਗੁਰਕੀਰਤ ਕਲਕਟ ਜਸਕੀਰਤ ਕਲਕਟ ਦਾ ਭਰਾ ਹੈ ਜਿਸ ਦਾ ਬਰਨਵੀ ਦੇ ਵਿੱਚ ਕਤਲ ਕੀਤਾ ਗਿਆ ਸੀ। ਕੈਨੇਡਾ ਦੇ ਵਿੱਚ ਗੈਂਗ ਵਾਰ ਖਤਮ ਹੋਣ ਦਾ ਨਾਮ ਨਹੀਂ ਲੈ ਰਹੀ। ਵੀਕਐਂਡ ਦੌਰਾਨ 3 ਕਤਲ ਦੇ ਮਾਮਲੇ ਸਾਹਮਣੇ ਆਏ। ਜੀ ਹਾਂ, ਵੀਕਐਂਡ ਮੌਕੇ ਨਨਾਈਮੋ, ਕੋਕੁਇਟਲਮ ਅਤੇ ਕੈਲਗਰੀ ਦੇ ਵਿੱਚ ਗੋਲੀਆਂ ਚੱਲੀਆਂ ਹਨ। ਕੈਲਗਰੀ ਦੇ ਵਿੱਚ ਗੋਲੀਆਂ ਚੱਲਣ ਦੇ 1 ਘੰਟੇ ਬਾਅਦ ਹੀ ਕੋਕੁਇਟਲਮ ਤੋਂ ਸ਼ੂਟਿੰਗ ਦੀ ਵਾਰਦਾਤ ਸਾਹਮਣੇ ਆਈ। ਮੈਟਰੋ ਵੈਨਕੂਵਰ ਦੀ ਇਹ ਗੈਂਗ ਵਾਰ ਹੁਣ ਵੈਨਕੂਵਰ ਆਈਲੈਂਡ ਤੱਕ ਫੈਲ ਚੁੱਕੀ ਹੈ। ਕੈਲਗਰੀ ਦੇ ਵਿੱਚ ਜਿਸ ਨੌਜਵਾਨ ਦਾ ਕਤਲ ਕੀਤਾ ਗਿਆ ਉਸ ਦੀ ਪਹਿਚਾਣ ਗੁਰਕੀਰਤ ਕਲਕਟ ਦੇ ਤੌਰ ਦੇ ਉੱਪਰ ਹੋਈ ਹੈ। ਇਸ ਤੋਂ ਪਹਿਲਾਂ ਬ੍ਰਿਟਿਸ਼ ਕੋਲੰਬੀਆ ਦੇ ਬਰਨਵੀ ਦੇ ਵਿੱਚ ਗੁਰਕੀਰਤ ਕਲਕਟ ਦੇ ਭਰਾ ਜਸਕੀਰਤ ਕਲਕਟ ਦਾ ਵੀ ਕਤਲ ਕੀਤਾ ਜਾ ਚੁੱਕਿਆ ਹੈ। ਇਹ ਵਾਰਦਾਤ 13 ਮਈ ਨੂੰ ਸਾਹਮਣੇ ਆਈ ਸੀ। ਜਸਕੀਰਤ ਕਲਕਟ ਬ੍ਰਦਰ ਕੀਪਰਸ ਗੈਂਗ ਦੇ ਨਾਲ ਸੰਬੰਧਿਤ ਸੀ। 10 ਦਿਨਾਂ ਦੇ ਵਿੱਚ ਹੀ ਦੋਨਾਂ ਭਰਾਵਾਂ ਦਾ ਕਤਲ ਕਰ ਦਿੱਤਾ ਗਿਆ ਜੋ ਕਿ ਪੰਜਾਬ ਦੇ ਵਿੱਚ ਹੁਸ਼ਿਆਰਪੁਰ ਜ਼ਿਲ੍ਹੇ ਦੇ ਨਾਲ ਸੰਬੰਧ ਰੱਖਦੇ ਹਨ। ਕੋਰਟ ਦੇ ਰਿਕਾਰਡ ਦੇ ਮੁਤਾਬਕ ਪਤਾ ਚੱਲਿਆ ਹੈ ਕਿ ਗੁਰਕੀਰਤ ਕਲਕਟ ਪਹਿਲਾਂ ਵੀ ਜੇਲ੍ਹ ਦੇ ਵਿੱਚ ਰਹਿ ਚੁੱਕਿਆ ਹੈ। ਉਸ ਨੂੰ ਹਥਿਆਰ ਅਤੇ ਨਸ਼ੇ ਦੀ ਤਸਕਰੀ ਦੇ ਮਾਮਲੇ ਦੇ ਵਿੱਚ ਜੇਲ੍ਹ ਹੋ ਚੁੱਕੀ ਹੈ। ਨਨਾਈਮੋ ਤੋਂ ਜੋ ਵਾਰਦਾਤ ਸਾਹਮਣੇ ਆਈ ਉਸ ਦੇ ਵਿੱਚ ਮਰਨ ਵਾਲੇ ਦੀ ਪਹਿਚਾਣ ਰੈੱਡ ਸਕਾਰਪੀਅਨ ਕੰਗ ਗਰੁੱਪ ਦੇ ਯਾਸਿਨ ਖਾਨ ਦੀ ਵਜੋਂ ਹੋਈ ਹੈ। ਇਸ ਘਟਨਾ ਦੇ ਵਿੱਚ RCMP ਵੱਲੋਂ ਕਈ ਜਾਣਿਆਂ ਨੂੰ ਗ੍ਰਿਫਤਾਰ ਵੀ ਕੀਤਾ ਗਿਆ ਸੀ। ਕੋਕੁਇਟਲਮ ਤੋਂ ਜੋ ਗੋਲੀਬਾਰੀ ਦੀ ਵਾਰਦਾਤ ਸਾਹਮਣੇ ਆਈ ਉਸ ਦੇ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ। ਇਸ ਮਰਨ ਵਾਲੇ ਵਿਅਕਤੀ ਦੀ ਜਾਣਕਾਰੀ ਆਈਹਿਟ ਵੱਲੋਂ ਅਜੇ ਸਾਂਝੀ ਨਹੀਂ ਕੀਤੀ ਗਈ।
ਪੁਲਿਸ ਵੱਲੋਂ तमाम ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਜੇਕਰ ਉਹਨਾਂ ਨੂੰ ਇਸ ਘਟਨਾ ਦੇ ਬਾਰੇ ਵਿੱਚ ਕੋਈ ਵੀ ਜਾਣਕਾਰੀ ਹੈ ਤਾਂ ਉਹ ਜ਼ਰੂਰ ਸਾਂਝੀ ਕੀਤੀ ਜਾਵੇ। ਇਸ ਦੇ ਵਾਸਤੇ ਉਹਨਾਂ ਨੇ ਆਪਣਾ ਨੰਬਰ ਵੀ ਜਾਰੀ ਕੀਤਾ ਹੈ 187755144448 ਦੇ ਉੱਪਰ ਕਾਲ ਕਰਕੇ ਜਾਣਕਾਰੀ ਸਾਂਝੀ ਕੀਤੀ ਜਾ ਸਕਦੀ ਹੈ। ਇਸ ਦੇ ਨਾਲ ਹੀ ਕ੍ਰਾਈਮ ਸਟਾਪਰਸ ਦੇ ਨਾਲ 180022284777 ਦੇ ਉੱਪਰ ਸੰਪਰਕ ਕੀਤਾ ਜਾ ਸਕਦਾ ਹੈ। ਇਸ ਹਫਤੇ ਕੈਨੇਡਾ ਦੇ ਵੱਖ-ਵੱਖ ਸੂਬਿਆਂ ਤੋਂ ਇਮੀਗ੍ਰੇਸ਼ਨ ਦੇ ਨਾਲ ਸੰਬੰਧਿਤ ਖੁਸ਼ਖਬਰੀ ਸਾਹਮਣੇ ਆਈ। ਵੱਖ-ਵੱਖ ਸੂਬਿਆਂ ਵੱਲੋਂ ਆਪਣੇ PNP ਡਰਾਅ ਐਲਾਨ ਕੀਤੇ ਗਏ, ਜਿਸ ਦੇ ਤਹਿਤ ਵੱਡੀ ਗਿਣਤੀ ਉਮੀਦਵਾਰਾਂ ਨੂੰ ਇਨਵੀਟੇਸ਼ਨ ਮਿਲੇ। ਕਾਫੀ ਉਮੀਦਵਾਰਾਂ ਦੀ ਇਹਨਾਂ ਡਰਾਅ ਦੇ ਵਿੱਚ ਕਿਸਮਤ ਜਾਗੀ ਹੈ। ਕੈਨੇਡਾ ਵੱਲੋਂ PNP ਸਪੈਸੀਫਿਕ ਐਕਸਪ੍ਰੈਸ ਐਂਟਰੀ ਡਰਾਅ ਦਾ ਐਲਾਨ ਕੀਤਾ ਗਿਆ। ਇਸ ਦੇ ਤਹਿਤ 500 ਐਕਸਪ੍ਰੈਸ ਐਂਟਰੀ ਉਮੀਦਵਾਰਾਂ ਨੂੰ ਇਨਵੀਟੇਸ਼ਨ ਦਿੱਤੇ ਗਏ। ਇਹ ਡਰਾਅ ਮਈ 26 ਨੂੰ ਐਲਾਨ ਕੀਤਾ ਗਿਆ। ਜਿਹੜੇ ਉਮੀਦਵਾਰਾਂ ਨੂੰ ਸੱਦੇ ਮਿਲੇ ਹਨ ਉਹਨਾਂ ਕੋਲ ਪ੍ਰੋਵਿੰਸ਼ੀਅਲ ਨੋਮੀਨੀ ਪ੍ਰੋਗਰਾਮ ਦੇ ਅਧੀਨ ਨੋਮੀਨੇਸ਼ਨ ਹੋਣਾ ਜ਼ਰੂਰੀ ਸੀ। ਇਸ ਡਰਾਅ ਦੇ ਵਿੱਚ ਘੱਟੋ-ਘੱਟ 713 ਸਕੋਰ ਦੀ ਜ਼ਰੂਰਤ ਸੀ। ਇਸ ਡਰਾਅ ਦੇ ਵਿੱਚ ਖਾਸ ਗੱਲ ਇਹ ਵੀ ਰਹੀ ਕਿ CRS ਸਕੋਰ ਹੇਠਾਂ ਆਇਆ। ਪਿਛਲੇ ਡਰਾਅ ਦੇ ਮੁਕਾਬਲੇ ਇਸ ਵਾਰ ਦਾ CRS ਸਕੋਰ 39 ਪੁਆਇੰਟ ਘੱਟ ਰਿਹਾ। ਪਿਛਲੇ ਵਾਰ ਦੇ PNP ਡਰਾਅ ਦੇ ਮੁਤਾਬਕ ਇਸ ਵਾਰ ਦੇ ਡਰਾਅ ਦੇ ਵਿੱਚ ਘੱਟ ਉਮੀਦਵਾਰਾਂ ਨੂੰ ਸੱਦੇ ਜਾਰੀ ਕੀਤੇ ਗਏ। ਜੀ ਹਾਂ, 57 ਘੱਟ ਉਮੀਦਵਾਰਾਂ ਨੂੰ ਇਨਵੀਟੇਸ਼ਨ ਨਵੇਂ ਡਰਾਅ ਦੇ ਵਿੱਚ ਦਿੱਤੇ। ਇਸ ਸਾਲ ਦੀ ਸ਼ੁਰੂਆਤ ਤੋਂ ਹੀ ਕੈਨੇਡਾ ਵੱਲੋਂ ਵੱਖ-ਵੱਖ ਡਰਾਅ ਦਾ ਐਲਾਨ ਕੀਤਾ ਜਾ ਰਿਹਾ ਹੈ ਤੇ ਉਮੀਦਵਾਰਾਂ ਨੂੰ ਇਨਵੀਟੇਸ਼ਨ ਦਿੱਤੇ ਜਾ ਰਹੇ ਹਨ। 2021 ਦੇ ਦੌਰਾਨ ਕੈਨੇਡਾ ਵੱਲੋਂ 1,08,500 ਨਵੇਂ ਇਮੀਗ੍ਰੈਂਟਸ ਦਾ ਐਕਸਪ੍ਰੈਸ ਐਂਟਰੀ ਮੈਨੇਜ ਪ੍ਰੋਗਰਾਮ ਦੇ ਤਹਿਤ ਸਵਾਗਤ ਕਰਨ ਦਾ ਟੀਚਾ ਤੈਅ ਕੀਤਾ ਗਿਆ ਹੈ। ਹੁਣ ਤੱਕ IRCC ਵੱਲੋਂ ਇਸ ਦੇ ਤਹਿਤ 68,817 ਇਨਵੀਟੇਸ਼ਨ ਦਿੱਤੇ ਗਏ ਹਨ। ਕੈਨੇਡਾ ਦੇ ਇਮੀਗ੍ਰੇਸ਼ਨ ਵਿਭਾਗ ਵੱਲੋਂ ਜੋ ਇਸ ਵਾਰ ਦਾ ਇਮੀਗ੍ਰੇਸ਼ਨ ਦੇ ਨਾਲ ਸੰਬੰਧਿਤ ਟੀਚਾ ਮਿੱਥਿਆ ਗਿਆ, ਉਸ ਨੂੰ ਲੈ ਕੇ ਉਹ ਕਾਫੀ ਗੰਭੀਰ ਨਜ਼ਰ ਆ ਰਹੇ ਨੇ। ਇਸੇ ਦੇ ਚੱਲਦਿਆਂ ਵੱਖ-ਵੱਖ ਚਾਹੇ ਉਹ PNP ਡਰਾਅ ਹੋਣ ਚਾਹੇ ਐਕਸਪ੍ਰੈਸ ਐਂਟਰੀ ਡਰਾਅ, ਉਹਨਾਂ ਦਾ ਐਲਾਨ ਕੀਤਾ ਜਾ ਰਿਹਾ ਹੈ ਤਾਂ ਕਿ ਟਾਰਗੇਟ ਨੂੰ ਪੂਰਾ ਕੀਤਾ ਜਾ ਸਕੇ। ਪਿਛਲੇ ਸਾਲ ਦਾ ਟਾਰਗੇਟ ਕਰੋਨਾ ਵਾਇਰਸ ਦੇ ਦੌਰਾਨ ਪੂਰਾ ਨਹੀਂ ਹੋ ਸਕਿਆ। ਇਸ ਵਾਰ ਜੋ ਕੈਨੇਡਾ ਦੇ ਵਿੱਚ ਰਹਿ ਰਹੇ ਲੋਕ ਨੇ ਉਹਨਾਂ ਨੂੰ ਮੌਕਾ ਦਿੱਤਾ ਜਾ ਰਿਹਾ ਹੈ ਤਾਂ ਕਿ ਇਮੀਗ੍ਰੇਸ਼ਨ ਦਾ ਟੀਚਾ ਪੂਰਾ ਹੋ ਸਕੇ। ਇਸ ਹਫਤੇ ਅਮਰੀਕਾ ਦੇ ਸੇਨ ਹੋਜ਼ੇ ਦੇ ਵਿੱਚ ਭਿਆਨਕ ਗੋਲੀਬਾਰੀ ਹੋਈ, ਜਿਸ ਦੇ ਵਿੱਚ 8 ਜਾਣਿਆਂ ਦੀ ਜਾਨ ਚਲੀ ਗਈ। ਇਹਨਾਂ ਵਿੱਚੋਂ ਜਿਸ ਇੱਕ ਵਿਅਕਤੀ ਦੀ ਜਾਨ ਗਈ ਉਹ ਪੰਜਾਬੀ ਸੀ, ਜਿਸ ਦਾ ਨਾਮ ਤਪਤੇਜਦੀਪ ਸਿੰਘ ਦੱਸਿਆ ਗਿਆ। ਇਸ ਵੱਲੋਂ ਆਪਣੇ ਬਾਕੀ ਕੁਲੀਗਸ ਦੀ ਜਾਨ ਬਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ, ਜਿਸ ਦੌਰਾਨ ਉਸ ਦੀ ਜਾਨ ਚਲੀ ਗਈ। ਕੈਲੀਫੋਰਨੀਆ ਦੇ ਸੇਨ ਹੋਜ਼ੇ ਦੇ ਵਿੱਚ ਭਿਆਨਕ ਗੋਲੀਬਾਰੀ ਹੋਈ, ਜਿਸ ਦੇ ਵਿੱਚ 8 ਜਾਣਿਆਂ ਦੀ ਜਾਨ ਚਲੀ ਗਈ। ਇਹਨਾਂ ਵਿੱਚੋਂ ਇੱਕ ਪੰਜਾਬੀ ਸਿੱਖ ਕਮਿਊਨਿਟੀ ਦੇ ਨਾਲ ਸੰਬੰਧਿਤ ਸੀ। ਜੀ ਹਾਂ, ਕੈਲੀਫੋਰਨੀਆ ਦੇ ਸੇਨ ਹੋਜ਼ੇ VTA ਰੇਲ ਯਾਰਡ ਦੇ ਵਿੱਚ ਹੋਏ ਗੋਲੀकांड ਦੇ ਵਿੱਚ ਪੰਜਾਬੀ ਭਾਈਚਾਰੇ ਦੇ ਨਾਲ ਸੰਬੰਧਿਤ ਤਪਤੇਜਦੀਪ ਸਿੰਘ ਦੀ ਮੌਤ ਹੋ ਗਈ। ਇਸ ਸੰਬੰਧੀ ਭਾਈਚਾਰੇ ਦੇ ਵਿੱਚ ਦੁੱਖ ਦੀ ਲਹਿਰ ਹੈ। ਦੂਜੇ ਪਾਸੇ ਪਰਿਵਾਰਕ ਮੈਂਬਰ ਵੀ ਆਪਣਾ ਦੁੱਖ ਸਾਂਝਾ ਕਰ ਰਹੇ ਨੇ। ਸਿੱਖ ਕੋਲੇਸ਼ਨ ਵੱਲੋਂ ਇਸ ਦੇ ਨਾਲ ਸੰਬੰਧਿਤ ਜਾਣਕਾਰੀ ਸਾਂਝੀ ਕਰਦਿਆਂ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ। ਉਹਨਾਂ ਨੇ ਦੱਸਿਆ ਕਿ ਜਿਨ੍ਹਾਂ ਦੀ VTA ਰੇਲ ਯਾਰਡ ਸ਼ੂਟਿੰਗ ਦੇ ਵਿੱਚ ਮੌਤ ਹੋਈ, ਉਹਨਾਂ ਵਿੱਚੋਂ ਇੱਕ ਪੰਜਾਬੀ ਸਿੱਖ ਸੀ, ਜਿਸ ਦਾ ਨਾਮ ਤਪਤੇਜਦੀਪ ਸਿੰਘ ਹੈ। ਤਪਤੇਜਦੀਪ ਦੇ ਭਰਾ ਕਰਮਨ ਸਿੰਘ ਵੱਲੋਂ ਇੱਕ ਸਟੇਟਮੈਂਟ ਜਾਰੀ ਕੀਤੀ ਗਈ ਹੈ। ਉਹਨਾਂ ਕਿਹਾ ਕਿ ਤਪਤੇਜਦੀਪ ਇੱਕ ਚੰਗਾ ਪਿਤਾ, ਪਤੀ, ਭਰਾ, ਬੇਟਾ ਅਤੇ ਭਾਂਜਾ ਸੀ। ਉਹ ਇੱਕ ਚੰਗਾ ਵਿਅਕਤੀ ਸੀ। ਆਪਣੇ ਵਿਹਲੇ ਸਮੇਂ ਦੇ ਵਿੱਚ ਹਮੇਸ਼ਾ ਉਹ ਦੂਸਰਿਆਂ ਦੀ ਮਦਦ ਕਰਦਾ ਸੀ। ਉਹਨਾਂ ਕਿਹਾ ਕਿ ਤਪਤੇਜ ਵੱਲੋਂ ਆਖਰੀ ਸਮੇਂ ਦੇ ਵਿੱਚ ਦੂਸਰਿਆਂ ਨੂੰ ਸੁਰੱਖਿਆ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ। ਗੋਲੀਬਾਰੀ ਦੇ ਦੌਰਾਨ ਉਸ ਵੱਲੋਂ ਆਪਣੇ ਕੋਲੀਗਸ ਨੂੰ ਸੁਰੱਖਿਅਤ ਥਾਂ ਦੇ ਉੱਪਰ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ। ਤਪਤੇਜ ਦੇ ਪਿਤਾ ਸਰਬਜੀਤ ਸਿੰਘ ਗਿੱਲ ਵੱਲੋਂ ਜਾਣਕਾਰੀ ਦਿੱਤੀ ਗਈ ਕਿ ਉਹਨਾਂ ਦਾ ਬੇਟਾ ਹੋਰਾਂ ਦੀ ਜਾਨ ਬਚਾਉਂਦਾ ਹੀ ਕਾਤਲ ਦੇ ਸਾਹਮਣੇ ਆ ਗਿਆ। ਉਹਨਾਂ ਨੇ ਕਿਹਾ ਕਿ ਇਹ ਇੱਕ ਤਰੀਕੇ ਦੇ ਨਾਲ ਸ਼ਹੀਦ ਹੋਣਾ ਹੈ। ਉਸ ਵੱਲੋਂ ਆਪਣੀ ਬਿਲਡਿੰਗ ਦੇ ਵਿੱਚ ਮੌਜੂਦ ਕੋਲੀਗਸ ਨੂੰ ਕਿਹਾ ਗਿਆ ਕਿ ਉਹ ਲੁਕ ਜਾਣ ਅਤੇ ਅੰਦਰੋਂ ਤਾਲਾ ਲਗਾ ਲੈਣ। ਹੇਠਲੀ ਬਿਲਡਿੰਗ ਦੇ ਵਿੱਚ ਉਹ ਤਾਲਾ ਲਗਾਉਣ ਜਾ ਰਿਹਾ ਸੀ, ਜਿਸ ਦੌਰਾਨ ਸ਼ੂਟਰ ਵੱਲੋਂ ਉਸ ਦੇ ਉੱਪਰ ਨਿਸ਼ਾਨਾ ਲਗਾਇਆ ਗਿਆ। ਤਪਤੇਜ ਵੱਲੋਂ ਇਲਾਕੇ ਦੇ ਵਿੱਚ ਵੀ ਲੋਕਾਂ ਦੀ ਮਦਦ ਕੀਤੀ ਜਾਂਦੀ ਰਹੀ ਹੈ। ਉਹ ਗੁਰਦੁਆਰਾ ਸਾਹਿਬ ਦੇ ਵਿੱਚ ਵੀ ਸੇਵਾ ਕਰਦਾ ਰਹਿੰਦਾ ਸੀ ਅਤੇ ਉਸ ਨੂੰ ਕ੍ਰਿਕਟ ਦਾ ਸ਼ੌਕ ਸੀ। ਉਸ ਦੀ ਉਮਰ 36 ਸਾਲ ਦੱਸੀ ਗਈ, ਜੋ ਕਿ VTA ਲਾਈਟ ਰੇਲ ਆਪਰੇਟਰ ਦੇ ਤੌਰ ਦੇ ਉੱਪਰ 8 ਸਾਲ ਤੋਂ ਸੇਵਾਵਾਂ ਦੇ ਰਿਹਾ ਸੀ। 17 ਸਾਲ ਪਹਿਲਾਂ ਉਹ ਆਪਣੇ ਪਰਿਵਾਰ ਦੇ ਨਾਲ ਕੈਲੀਫੋਰਨੀਆ ਆ ਕੇ ਵਸ ਗਿਆ। ਇਸ ਹਫ਼ਤੇ ਕੈਨੇਡਾ ਤੋਂ ਅਜਿਹਾ ਮਾਮਲਾ ਸਾਹਮਣੇ ਆਇਆ ਜਿੱਥੇ
ਦੋ ਵਿਅਕਤੀਆਂ ਵੱਲੋਂ ਸਰੀ ਦੇ ਵੱਖ-ਵੱਖ ਸਟੋਰਾਂ ਤੋਂ ਸ਼ਰਾਬ ਚੋਰੀ ਕੀਤੀ ਜਾ ਰਹੀ ਸੀ। ਇਹਨਾਂ ਦੇ ਵਿੱਚ ਇੱਕ ਪੰਜਾਬੀ ਸ਼ਾਮਲ ਸੀ ਜਿਸ ਵੱਲੋਂ ਵੱਖ-ਵੱਖ ਸਟੋਰਾਂ ਦੇ ਉੱਪਰ ਜਾ ਕੇ ਸ਼ਰਾਬ ਚੋਰੀ ਕੀਤੀ ਜਾ ਰਹੀ ਸੀ। ਪੁਲਿਸ ਦੇ ਧਿਆਨ ਦੇ ਵਿੱਚ ਇਹ ਮਾਮਲਾ ਆਇਆ, ਜਿਸ ਤੋਂ ਬਾਅਦ ਕਾਰਵਾਈ ਆਰੰਭੀ ਗਈ। ਸਰੀ RCMP ਵੱਲੋਂ ਜਾਣਕਾਰੀ ਦਿੱਤੀ ਗਈ ਹੈ ਕਿ ਦੋ ਵਿਅਕਤੀਆਂ ਨੂੰ 48 ਚਾਰਜਸ ਦਾ ਸਾਹਮਣਾ ਕਰਨਾ ਪਵੇਗਾ। ਇਹਨਾਂ ਦੋਨਾਂ ਵਿਅਕਤੀਆਂ ਵੱਲੋਂ ਸਰੀ ਦੇ ਲਿਕਰ ਸਟੋਰਾਂ ਤੋਂ ਸ਼ਰਾਬ ਚੋਰੀ ਕੀਤੀ ਜਾਂਦੀ ਸੀ। ਇਹਨਾਂ ਵਿਅਕਤੀਆਂ ਦੇ ਵਿੱਚੋਂ ਇੱਕ ਪੰਜਾਬੀ ਹੈ ਜਿਸ ਦਾ ਨਾਮ ਗੁਰਮੁਖ ਸਿੰਘ ਥਿਆੜਾ ਹੈ। ਸ਼ਰਾਬ ਦੇ ਸਟੋਰਾਂ ਤੋਂ ਚੋਰੀ ਕਰਨ ਦੇ ਸੰਬੰਧੀ ਇਹਨਾਂ ਦੇ ਉੱਪਰ ਚਾਰਜ ਲਗਾਏ ਗਏ ਹਨ। ਸਰੀ RCMP ਦੇ ਮੁਤਾਬਕ ਫਰਵਰੀ ਮਹੀਨੇ ਟੀਮ ਵੱਲੋਂ ਲਿਕਰ ਸਟੋਰਾਂ ਦੇ ਉੱਪਰ ਹੋ ਰਹੀਆਂ ਚੋਰੀਆਂ ਦੇ ਸੰਬੰਧ ਦੇ ਵਿੱਚ ਜਾਂਚ ਦੀ ਸ਼ੁਰੂਆਤ ਕੀਤੀ ਸੀ। ਇਸ ਮਾਮਲੇ ਦੇ ਵਿੱਚ ਦੋ ਵਿਅਕਤੀਆਂ ਦੇ ਉੱਪਰ ਚਾਰਜ ਲਗਾਏ ਗਏ ਜੋ ਲੋਅਰ ਮੇਨਲੈਂਡ ਖੇਤਰ ਦੇ ਵਿੱਚ ਲਿਕਰ ਸਟੋਰਾਂ ਦੇ ਉੱਪਰ ਸ਼ਰਾਬ ਚੋਰੀ ਕਰਦੇ ਸਨ। ਇਹਨਾਂ ਵਿੱਚੋਂ ਇੱਕ ਵੱਲੋਂ ਮਰਚੈਂਡਾਈਜ਼ ਚੋਰੀ ਕੀਤੀ ਗਈ ਤੇ ਦੂਸਰੇ ਵਿਅਕਤੀ ਵੱਲੋਂ ਟੈਕਸੀ ਕੈਬ ਦੀ ਵਰਤੋਂ ਕੀਤੀ ਜਾਂਦੀ ਸੀ ਇੱਕ ਸਟੋਰ ਤੋਂ ਦੂਸਰੇ ਸਟੋਰ ਦੇ ਉੱਪਰ ਜਾਣ ਦੇ ਵਾਸਤੇ। ਮਾਰਚ 9 ਨੂੰ ਗੁਰਮੁਖ ਸਿੰਘ ਥਿਆੜਾ ਅਤੇ ਟ੍ਰੈਵਿਸ ਨੂੰ ਗ੍ਰਿਫਤਾਰ ਕੀਤਾ ਗਿਆ। ਥਿਆੜਾ ਨੂੰ ਗ੍ਰਿਫਤਾਰੀ ਦੇ ਕੁਝ ਸਮੇਂ ਬਾਅਦ ਹੀ ਸ਼ਰਤਾਂ ਦੇ ਉੱਪਰ ਰਿਹਾ ਕਰ ਦਿੱਤਾ ਗਿਆ। ਟ੍ਰੈਵਿਸ ਨੂੰ 38 ਚਾਰਜਸ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਜਿਸ ਦੇ ਵਿੱਚ 26 ਕਾਊਂਟਸ ਆਫ ਥੈਫਟ ਅੰਡਰ $5,000 ਅਤੇ 12 ਕਾਊਂਟ ਆਫ ਫੇਲਿੰਗ ਟੂ ਕੰਪਲਾਈ ਵਿਦ ਐਨ ਅੰਡਰਟੇਕਿੰਗ ਸ਼ਾਮਲ ਹਨ। ਥਿਆੜਾ ਦੇ ਉੱਪਰ 10 ਚਾਰਜ ਲਗਾਏ ਗਏ ਹਨ, ਜਿਸ ਦੇ ਵਿੱਚ 4 ਕਾਊਂਟ ਆਫ ਪੋਜੈਸ਼ਨ ਆਫ ਪ੍ਰਾਪਰਟੀ ਆਬਟੇਨਡ ਬਾਈ ਕ੍ਰਾਈਮ ਅੰਡਰ $5,000, 4 ਕਾਊਂਟ ਆਫ ਥੈਫਟ ਅੰਡਰ $5,000 ਅਤੇ 2 ਕਾਊਂਟਸ ਆਫ ਪੋਜੈਸ਼ਨ ਆਫ ਐਨ ਕੰਟਰੋਲਡ ਸਬਸਟੈਂਸ ਲਗਾਏ ਗਏ ਹਨ। ਪੁਲਿਸ ਦੇ ਮੁਤਾਬਕ ਜਾਂਚ ਦੀ ਸ਼ੁਰੂਆਤ ਸਰੀ ਤੋਂ ਕੀਤੀ ਗਈ ਸੀ, ਪਰ ਇਸ ਘਟਨਾ ਦੇ ਵਿੱਚ ਹੋਰ ਵੀ ਕਈ ਸਟੋਰ ਸ਼ਾਮਲ ਸਨ ਜਿੱਥੇ ਇਹਨਾਂ ਦੋਹਾਂ ਵਿਅਕਤੀਆਂ ਵੱਲੋਂ ਚੋਰੀ ਕੀਤੀ ਗਈ। ਇਸ ਹਫ਼ਤੇ ਬ੍ਰਿਟਿਸ਼ ਕੋਲੰਬੀਆ ਦੇ ਇੱਕ ਸਾਬਕਾ ਰੈਜ਼ੀਡੈਂਸ਼ੀਅਲ ਸਕੂਲ ਦੇ ਵਿੱਚੋਂ 215 ਬੱਚਿਆਂ ਦੇ ਰਿਮੇਨਸ ਪ੍ਰਾਪਤ ਹੋਏ। ਇਸ ਦੇ ਉੱਪਰ ਪ੍ਰੀਮੀਅਰ ਜੌਨ ਹੌਰਗਨ ਵੱਲੋਂ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ। ਉਹਨਾਂ ਵੱਲੋਂ ਇਸ ਘਟਨਾ ਨੂੰ ਭਿਆਨਕ ਅਤੇ ਦਿਲ ਦਹਿਲਾਉਣ ਵਾਲੀ ਦੱਸਿਆ ਗਿਆ। ਬ੍ਰਿਟਿਸ਼ ਕੋਲੰਬੀਆ ਦੇ ਵਿੱਚ 215 ਬੱਚਿਆਂ ਦੇ ਅਵਸ਼ੇਸ਼ ਮਿਲੇ ਹਨ। ਇਹ ਰਿਮੇਨਸ ਕੈਂਪ ਲੂਪਸ ਦੇ ਫਾਰਮਰ ਰੈਜ਼ੀਡੈਂਸ਼ੀਅਲ ਸਕੂਲ ਦੇ ਵਿੱਚੋਂ ਮਿਲੇ ਹਨ। ਬ੍ਰਿਟਿਸ਼ ਕੋਲੰਬੀਆ ਦੇ ਪ੍ਰੀਮੀਅਰ ਜੌਨ ਹੌਰਗਨ ਵੱਲੋਂ ਇਸ ਸੰਬੰਧੀ ਸਟੇਟਮੈਂਟ ਜਾਰੀ ਕੀਤੀ ਗਈ ਹੈ। ਉਹਨਾਂ ਨੇ ਇਸ ਘਟਨਾ ਨੂੰ ਭਿਆਨਕ ਅਤੇ ਦਿਲ ਦਹਿਲਾਉਣ ਵਾਲੀ ਦੱਸਿਆ ਹੈ। ਦੱਸੀਏ ਕਿ ਚੀਫ ਵੱਲੋਂ ਇਸ ਗੱਲ ਦੀ ਪੁਸ਼ਟੀ ਕੀਤੀ ਗਈ ਹੈ ਕਿ ਇਹ ਅਵਸ਼ੇਸ਼ ਜਾਣੀ ਕਿ ਰਿਮੇਨਸ ਪਿਛਲੇ ਹਫ਼ਤੇ ਮਿਲੇ ਹਨ, ਜੋ ਕਿ ਗਰਾਊਂਡ ਪੈਨੀਟ੍ਰੇਟਿੰਗ ਰਡਾਰ ਸਪੈਸ਼ਲਿਸਟ ਦੀ ਮਦਦ ਦੇ ਨਾਲ ਮਿਲੇ ਹਨ। ਉਹਨਾਂ ਕਿਹਾ ਕਿ ਸਾਨੂੰ ਇਸ ਦੇ ਬਾਰੇ ਕੋਈ ਅੰਦਾਜ਼ਾ ਨਹੀਂ ਸੀ। ਉਹਨਾਂ ਨੇ ਇਹਨਾਂ ਮੌਤਾਂ ਨੂੰ ਅਨਡਾਕੂਮੈਂਟਡ ਦੱਸਿਆ। ਫਿਲਹਾਲ ਲੋਕਲ ਮਿਊਜ਼ੀਅਮ ਆਰਕੀਵਿਸਟ ਵੱਲੋਂ ਰਾਇਲ ਬ੍ਰਿਟਿਸ਼ ਕੋਲੰਬੀਆ ਮਿਊਜ਼ੀਅਮ ਦੇ ਨਾਲ ਮਿਲ ਕੇ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਇਹਨਾਂ ਮੌਤਾਂ ਦਾ ਕੋਈ ਰਿਕਾਰਡ ਹੈ ਜਾਂ ਫਿਰ ਨਹੀਂ, ਜਾਣੀ ਕਿ ਉਹਨਾਂ ਵੱਲੋਂ ਇਸ ਸੰਬੰਧੀ ਰਿਕਾਰਡ ਦੇ ਬਾਰੇ ਵਿੱਚ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਹਨਾਂ ਨੇ ਦੱਸਿਆ ਹੈ ਕਿ ਇਹਨਾਂ 215 ਬੱਚਿਆਂ ਦੇ ਵਿੱਚੋਂ ਕੁਝ ਦੀ ਉਮਰ 3 ਕੁ ਸਾਲ ਦੇ ਕਰੀਬ ਸੀ। ਬੈਂਡ ਆਫੀਸ਼ੀਅਲਸ ਦੇ ਵੱਲੋਂ ਕਮਿਊਨਿਟੀ ਮੈਂਬਰ ਅਤੇ ਆਸ-ਪਾਸ ਦੀਆਂ ਕਮਿਊਨਿਟੀਜ਼ ਨੂੰ ਇਸ ਬਾਰੇ ਜਾਣਕਾਰੀ ਦਿੱਤੀ ਜਾ ਰਹੀ ਹੈ, ਜਿਨ੍ਹਾਂ ਦੇ ਬੱਚੇ ਇਹਨਾਂ ਸਕੂਲਾਂ ਦੇ ਵਿੱਚ ਜਾਂਦੇ ਸਨ। ਇਸ ਸਕੂਲ ਨੂੰ 1890 ਤੋਂ ਲੈ ਕੇ 1969 ਦੇ ਵਿਚਕਾਰ ਚਲਾਇਆ ਜਾਂਦਾ ਸੀ। ਫੈਡਰਲ ਸਰਕਾਰ ਵੱਲੋਂ ਇਸ ਆਪਰੇਸ਼ਨ ਨੂੰ ਟੁੱਕ ਓਵਰ ਕੀਤਾ ਗਿਆ। ਰੈਜ਼ੀਡੈਂਸ਼ੀਅਲ ਸਕੂਲਾਂ ਦੇ ਉੱਪਰ ਦ ਟਰੁਥ ਐਂਡ ਰੀਕਨਸੀਲੀਏਸ਼ਨ ਕਮਿਸ਼ਨ ਵੱਲੋਂ ਆਪਣੀ ਆਖਰੀ ਰਿਪੋਰਟ ਪੇਸ਼ ਕੀਤੀ ਗਈ ਸੀ, ਜੋ ਕਿ 5 ਸਾਲ ਪਹਿਲਾਂ ਪੇਸ਼ ਕੀਤੀ ਗਈ। ਉਹਨਾਂ ਵੱਲੋਂ 4000 ਪੰਨਿਆਂ ਦੀ ਇਸ ਸੰਬੰਧੀ ਜਾਣਕਾਰੀ ਸਾਂਝੀ ਕੀਤੀ ਗਈ ਸੀ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਇਸ ਹਫ਼ਤੇ ਚਾਈਲਡ ਬੈਨੀਫਿਟ ਦੇ ਬਾਰੇ ਵਿੱਚ ਐਲਾਨ ਕੀਤਾ ਗਿਆ, ਜਿਸ ਦੇ ਨਾਲ ਕਈ ਪਰਿਵਾਰਾਂ ਨੂੰ ਫਾਇਦਾ ਮਿਲੇਗਾ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਦੱਸਿਆ ਕਿ ਚਾਈਲਡ ਬੈਨੀਫਿਟ ਦੇ ਅਧੀਨ $1,200 ਦਾ ਵਾਅਦਾ ਕੀਤਾ ਜਾ ਰਿਹਾ ਹੈ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਚਾਈਲਡ ਬੈਨੀਫਿਟ ਪੇਮੈਂਟ ਦੇ ਬਾਰੇ ਵਿੱਚ ਐਲਾਨ ਕੀਤਾ ਗਿਆ। ਟਰੂਡੋ ਨੇ ਜਾਣਕਾਰੀ ਦਿੱਤੀ ਕਿ ਕੈਨੇਡਾ ਚਾਈਲਡ ਬੈਨੀਫਿਟ ਪੇਮੈਂਟ ਨੂੰ $1,200 ਵਧਾਇਆ ਜਾ ਰਿਹਾ ਹੈ। 2016 ਤੋਂ ਹੀ ਕੈਨੇਡਾ ਵਾਸੀਆਂ ਨੂੰ ਇਸ ਦਾ ਲਾਭ ਮਿਲ ਰਿਹਾ ਹੈ। CCB ਦੇ ਤਹਿਤ ਮਿਡਲ ਕਲਾਸ ਫੈਮਲੀਜ਼ ਨੂੰ ਮਦਦ ਮੁਹੱਈਆ ਕਰਵਾਈ ਜਾ ਰਹੀ ਹੈ। ਇਸ ਦੇ ਤਹਿਤ 4,35,000 ਬੱਚਿਆਂ ਨੂੰ ਗਰੀਬੀ ਤੋਂ ਬਾਹਰ ਕੱਢਿਆ ਗਿਆ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਅੱਜ ਐਲਾਨ ਕੀਤਾ ਗਿਆ ਕਿ ਜਿਨ੍ਹਾਂ ਪਰਿਵਾਰਾਂ ਨੂੰ ਇਸ ਦਾ ਬੈਨੀਫਿਟ ਮਿਲ ਰਿਹਾ ਹੈ, ਉਹਨਾਂ ਨੂੰ ਹੁਣ $1,200 ਵੱਧ ਦਿੱਤੇ ਜਾਣਗੇ। ਇਹ ਹਰ ਉਸ ਬੱਚੇ ਦੇ ਲਈ ਹੋਣਗੇ ਜਿਸ ਦੀ ਉਮਰ 6 ਸਾਲ ਹੈ। ਇਹ ਕਦਮ ਕਰੋਨਾ ਵਾਇਰਸ ਦੇ ਦੌਰਾਨ ਚੁੱਕਿਆ ਗਿਆ ਤਾਂ ਕਿ ਪਰਿਵਾਰਾਂ ਨੂੰ ਮਦਦ ਦਿੱਤੀ ਜਾ ਸਕੇ। ਜਿਨ੍ਹਾਂ ਪਰਿਵਾਰਾਂ ਦੀ ਨੈਟ ਇਨਕਮ $1,20,000 ਹੈ ਜਾਂ ਫਿਰ ਇਸ ਤੋਂ ਘੱਟ ਹੈ, ਉਹਨਾਂ ਨੂੰ
$300 ਦੀ 4 ਟੈਕਸ ਫ੍ਰੀ ਪੇਮੈਂਟ ਮਿਲਦੀ ਹੈ। ਜਿਹੜੇ ਪਰਿਵਾਰਾਂ ਦੀ ਨੈਟ ਇਨਕਮ 1,20,000 ਤੋਂ ਉੱਪਰ ਹੈ ਉਹਨਾਂ ਨੂੰ $150 ਦੀ 4 ਟੈਕਸ ਫ੍ਰੀ ਪੇਮੈਂਟ ਮਿਲਦੀ ਹੈ। ਜ਼ਿਕਰਯੋਗ ਹੈ ਕਿ ਕੋਰੋਨਾ ਵਾਇਰਸ ਦੇ ਦੌਰਾਨ ਕਈ ਪਰਿਵਾਰ ਅਤੇ ਬੱਚਿਆਂ ਨੂੰ ਸਟਰਗਲ ਕਰਨਾ ਪੈ ਰਿਹਾ ਹੈ। ਇਸ ਪੇਮੈਂਟ ਦੇ ਨਾਲ ਇਹਨਾਂ ਪਰਿਵਾਰਾਂ ਦੀ ਮਦਦ ਕੀਤੀ ਜਾਵੇਗੀ ਤਾਂ ਕਿ ਉਹ ਆਪਣੇ ਬੱਚਿਆਂ ਦੇ ਵਾਸਤੇ ਜ਼ਰੂਰਤ ਦੀਆਂ ਚੀਜ਼ਾਂ ਖਰੀਦ ਸਕਣ। ਇਸ ਦੇ ਨਾਲ ਹੀ ਜਾਂਦੇ ਇੱਕ ਵਾਰ ਫਿਰ ਤੋਂ ਝਾਤ ਮਾਰਦੇ ਹਾਂ ਅੱਜ ਦੀਆਂ ਚੋਣ ਦੀਆਂ ਖਬਰਾਂ ਦੇ ਉੱਪਰ। ਕੈਨੇਡਾ 'ਚ ਨਹੀਂ ਰੁਕ ਰਹੀ ਗੈਂਗ ਵਾਰ, ਲਗਾਤਾਰ ਹੋਏ 3 ਕਤਲ। ਟਰੂਡੋ ਦਾ ਚਾਈਲਡ ਬੈਨੀਫਿਟ ਦੇ ਬਾਰੇ ਵਿੱਚ ਐਲਾਨ, ਮਿਲੇਗਾ ਕਈ ਪਰਿਵਾਰਾਂ ਨੂੰ ਫਾਇਦਾ। ਸ਼ਰਾਬ ਚੋਰੀ ਕਰਦਾ ਪੰਜਾਬੀ ਕਾਬੂ, ਇੱਕ ਹੋਰ ਵਿਅਕਤੀ ਵੀ ਹੋਇਆ ਗ੍ਰਿਫਤਾਰ। ਸੇਨ ਹੋਜ਼ੇ ਦੀ ਗੋਲੀਬਾਰੀ ਦੇ ਵਿੱਚ ਪੰਜਾਬੀ ਦੀ ਮੌਤ, ਦੂਸਰਿਆਂ ਦੀ ਜ਼ਿੰਦਗੀ ਬਚਾਉਣ ਦੀ ਕਰ ਰਿਹਾ ਸੀ ਕੋਸ਼ਿਸ਼। ਖਬਰਾਂ ਦੇ ਇਸ ਬੁਲੇਟਿਨ ਦੇ ਵਿੱਚ ਇੰਨਾ ਹੀ। ਨਵੀਆਂ ਤੇ ਤਾਜ਼ੀਆਂ ਖਬਰਾਂ ਲੈ ਕੇ ਫਿਰ ਤੋਂ ਹਾਜ਼ਰ ਹੋਵਾਂਗੇ। ਫਿਲਹਾਲ ਮੈਨੂੰ ਇੰਦਰਪ੍ਰੀਤ ਕੌਰ ਪੰਨੂ ਨੂੰ ਦਿਓ ਇਜਾਜ਼ਤ ਤੇ ਤੁਸੀਂ ਵੇਖਦੇ ਰਹੋ ਟੀਵੀ ਪੰਜਾਬ।